ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ PYQ ਦੀ ਨੈਕਸਟ ਕਲਾਸ ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ PSSB ਦੇ ਜੋ ਪ੍ਰੀਵੀਅਸ ਈਅਰ ਦੇ ਵਿੱਚ 2021 ਦੇ ਵਿੱਚ ਜਿੰਨੇ ਵੀ GK ਦੇ ਕੁਐਸਚਨ ਪੁੱਛੇ ਗਏ ਸੀ, ਚਾਹੇ 16 ਪੇਪਰ ਹੋਏ ਸੀ ਚਾਹੇ 17 ਪੇਪਰ ਹੋਏ ਸੀ, ਉਹਦੇ ਆਪਾਂ MCQ ਸੀਰੀਜ਼ ਕਰ ਰਹੇ ਹਾਂ ਵਿਦ ਐਕਸਪਲੇਨੇਸ਼ਨ ਕਰ ਰਹੇ ਹਾਂ। ਤੇ ਜਿਨ੍ਹਾਂ ਦਾ ਵੀ ਆਪਾਂ ਨੂੰ ਲੱਗਦਾ ਵਾ ਕਿ ਹਾਂ ਅੱਗੇ ਉਸ ਟੌਪਿਕ ਦੇ ਵਿੱਚੋਂ ਵੀ ਕੁਐਸਚਨ ਬਣ ਸਕਦੇ ਨੇ, ਤਾਂ ਉਹ ਵੀ ਆਪਾਂ ਨਾਲ ਦੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਠੀਕ ਆ, ਸੋ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਟਰਾਈ ਕਰਨਾ ਵਾ ਕਿ ਆਪਣੇ ਮਨ ਦੇ ਵਿੱਚ ਆਪਾਂ ਤੁਹਾਨੂੰ 5 ਤੋਂ 7 ਸੈਕਿੰਡ ਦਾ ਟਾਈਮ ਦੇਵਾਂਗੇ। ਤੁਸੀਂ ਆਪਣੇ ਮਨ ਦੇ ਵਿੱਚ ਸੋਚਣਾ ਵਾ ਕਿ ਇਹਦਾ ਇਹ ਆਨਸਰ ਬਣਦਾ, ਫਿਰ ਨਾਲ ਹੀ ਮੈਂ ਤੁਹਾਨੂੰ 5-7 ਸੈਕਿੰਡ ਬਾਅਦ ਉਹਦਾ ਆਨਸਰ ਦੱਸ ਦੇਵਾਂਗਾ। ਠੀਕ ਆ ਜੀ, ਸੋ ਇਹਦੇ ਤੋਂ ਪਹਿਲਾਂ ਆਪਾਂ ਆਲਰੇਡੀ 10 ਕਰ ਚੁੱਕੇ ਹਾਂ, 10 PYQ MCQ ਕਰ ਚੁੱਕੇ ਹਾਂ। ਠੀਕ ਆ ਜੀ, ਟੋਟਲ 10 ਪੇਪਰਾਂ ਦੇ ਕਰ ਚੁੱਕੇ ਹਾਂ। ਸੋ ਸਿਰਫ ਜੇਲ੍ਹ ਵਾਰਡਨ ਦੇ ਰਹਿੰਦੇ ਆ, ਜੇਲ੍ਹ ਵਾਰਡਨ ਦੇ ਵੀ ਆਪਾਂ 2 ਕਰ ਚੁੱਕੇ ਹਾਂ। ਇਹ ਤੀਜਾ ਪੇਪਰ ਸੀ। ਠੀਕ ਆ, ਕਿਉਂਕਿ ਇਹ 6 ਸ਼ਿਫਟਾਂ ਦੇ ਵਿੱਚ ਪੇਪਰ ਹੋਇਆ ਸੀ ਜੇਲ੍ਹ ਵਾਰਡਨ ਦਾ। ਸੋ MCQ ਤੁਹਾਨੂੰ GK ਦੇ ਕਾਫੀ ਮਿਲ ਜਾਣਗੇ ਇਹਦੇ ਵਿੱਚ। ਪੋਲਿਟੀ ਹੋ ਗਿਆ, ਮਾਡਰਨ ਹਿਸਟਰੀ ਹੋ ਗਿਆ, ਚਾਹੇ ਸਟੈਟਿਕ GK ਹੋ ਗਿਆ, ਚਾਹੇ ਪੰਜਾਬ GK ਹੋ ਗਿਆ, ਸਾਰੇ ਕੁਐਸਚਨ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ। ਤਾਂ ਬਹੁਤ ਹੀ ਵਧੀਆ ਤੁਹਾਡੀ ਪ੍ਰੈਕਟਿਸ ਹੋ ਜਾਏਗੀ। ਬਾਕੀ ਥਿਊਰੀ ਸਾਰੀ ਕਲਾਸਾਂ ਦੀ ਆਪਣੀ ਚੱਲਦੀ ਪਈ ਆ, ਤੇ ਜੋ ਇਹਦੀ PDF ਸੀਗੀ ਹਰੇਕ ਕਲਾਸ ਦੀ ਮੈਂ ਤੁਹਾਨੂੰ ਟੌਪਿਕ ਵਾਈਜ਼ ਟੈਲੀਗ੍ਰਾਮ ਦੇ ਉੱਤੇ ਦੁਬਾਰਾ ਅਪਲੋਡ ਕਰਤੀ ਹੋਈ ਆ। ਠੀਕ ਆ, ਤੁਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਆਪਣੀ ਗੈਲਰੀ ਦੇ ਆਪਣੇ ਫਾਈਲ ਮੈਨੇਜਰ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦੀ ਕਲਾਸ। ਸੋ ਜੀ ਇਹ ਵਾਲਾ ਕਰੰਟ ਅਫੇਅਰ ਦਾ ਕੁਐਸਚਨ ਆਇਆ ਹੋਇਆ ਵਾ 81 ਨੰਬਰ ਕੇ RBI ਨੇ ਹਾਲ ਹੀ ਵਿੱਚ GC ਚਤੁਰਵੇਦੀ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਬੈਂਕ ਦਾ ਪਾਰਟ ਟਾਈਮ ਚੇਅਰਮੈਨ ਵਜੋਂ ਮੁੜ ਨਿਯੁਕਤ ਕੀਤਾ? SBI, PNB, ICICI ਬੈਂਕ ਜਾਂ RBI? ਸੋ ਇਹਨੂੰ ਆਪਾਂ ਜ਼ਿਆਦਾ ਉਹ ਨਹੀਂ ਕਰਾਂਗੇ। ਸੋ ICICI ਬੈਂਕ ਇਹਦਾ ਕਰੈਕਟ ਆਨਸਰ ਬਣਦਾ ਸੀ, ਕਿਉਂਕਿ ਇਹ ਕਰੰਟ ਅਫੇਅਰ ਦਾ ਕੁਐਸਚਨ ਸੀਗਾ। ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਆ ਜਿਹੜੀ ਕਿ ਲਾਰਜੈਸਟ ਆ ਪਾਰਲੀਮੈਂਟ ਦੇ ਵਿੱਚ? ਪਬਲਿਕ ਅਕਾਊਂਟ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ, ਐਸਟੀਮੇਟ ਕਮੇਟੀ ਜਾਂ ਕੋਲ ਐਂਡ ਸਟੀਲ ਕਮੇਟੀ? ਠੀਕ ਆ, ਸੋ ਇਹ ਪੋਲਿਟੀ ਦਾ ਕੁਐਸਚਨ ਆ ਗਿਆ ਜੀ। ਸੋ ਇਹ ਤੁਸੀਂ ਸੋਚਣਾ ਵਾ ਕਿ ਇਹਦੇ ਵਿੱਚੋਂ ਕਿਹੜੀ ਆ ਜਿਹੜੀ ਲਾਰਜੈਸਟ ਆ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਉਹਨਾਂ ਨੇ ਪੁੱਛਿਆ। ਸੋ ਇਹ ਐਸਟੀਮੇਟ ਕਮੇਟੀ ਬਿਲਕੁਲ ਸਹੀ ਹੋ ਜਾਏਗਾ। ਠੀਕ ਆ ਜੀ, ਪਾਰਲੀਮੈਂਟ ਟੌਪਿਕ ਤੁਸੀਂ ਕਰ ਸਕਦੇ ਹੋ, ਆਪਾਂ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਹੋਇਆ। ਠੀਕ ਆ, ਸੋ 83 ਨੰਬਰ ਕੁਐਸਚਨ ਆ ਗਿਆ। ਇਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਇਹਨਾਂ ਚੋਂ ਕਿਹੜੀ ਕੰਟਰੀ ਆ ਜਿਹੜਾ 2023 ਦਾ ICC ਮੈਨਸ ਕ੍ਰਿਕਟ ਵਰਲਡ ਕੱਪ ਹੈਲਡ ਹੋਊਗੀ ਜਿੱਥੇ? ਠੀਕ ਆ, ਪਾਕਿਸਤਾਨ, ਸ਼੍ਰੀਲੰਕਾ, ਇੰਗਲੈਂਡ ਜਾਂ ਭਾਰਤ? ਸੋ ਇੱਕ ਚੀਜ਼ ਦਾ ਹੋਰ ਤੁਸੀਂ ਧਿਆਨ ਦੇਣਾ ਵਾ, ਇਹ ਜਿਹੜੇ ਹੁੰਦੇ ਨੇ ਨਾ ਜਿਹੜੇ ਕਿ ਰੀਸੈਂਟਲੀ ਹੋਏ ਹੁੰਦੇ ਨੇ, ਜਿਹੜੇ ਟੂਰਨਾਮੈਂਟ ਹੋਏ ਹੁੰਦੇ ਨੇ, ਇੱਕ ਉਹਦੇ ਤੁਸੀਂ ਈਅਰ ਤੇ ਵੈਨਿਊ ਯਾਦ ਕਰਨੇ ਹੁੰਦੇ ਨੇ, ਇੱਕ ਜਿਹੜੇ ਹੋਣ ਵਾਲੇ ਵੀ ਹੁੰਦੇ ਨੇ। ਜਿੱਦਾਂ ਕਿ ਹੁਣ ਦੇਖੋ 2021 ਤੇ 23 ਵਾਲਾ ਪੁੱਛਿਆ ਹੋਇਆ ਇਹਨਾਂ ਨੇ। ਸੋ ਇਹ ਸਾਰੇ ਆਪਾਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਰੰਟ ਅਫੇਅਰ ਤੇ ਸਟੈਟਿਕ GK ਮਿਲਾ ਕੇ ਜਦੋਂ ਆਪਾਂ ਸਪੋਰਟਸ ਕਰ ਰਹੇ ਹੋਵਾਂਗੇ ਨਾ, ਸਪੋਰਟਸ ਟੌਪਿਕ ਜਦੋਂ ਆਪਣਾ ਸਟੈਟਿਕ GK ਦਾ ਆ ਜਾਏਗਾ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਨਾਲ ਹੀ ਇਹ ਸਾਰਾ ਕਵਰ ਕਰਵਾ ਦਾਂਗਾ। ਜਦੋਂ ਕ੍ਰਿਕਟ ਦਾ ਟੌਪਿਕ ਆਏਗਾ ਨਾ, ਕ੍ਰਿਕਟ ਦਾ ਟੌਪਿਕ 'ਚ ਮੈਂ ਉਹਦੀ ਸਟੈਟਿਕ ਵੀ ਤੁਹਾਨੂੰ ਕਰਵਾ ਦਾਂਗਾ, ਕ੍ਰਿਕਟ ਦੀ ਸਾਰੀ ਹਿਸਟਰੀ, ਤੇ ਨਾਲ ਹੀ ਮੈਂ ਤੁਹਾਨੂੰ ਜਿਹੜੇ ਹੋਰ ਉਹਦੇ ਅਗਲੇ ਇਵੈਂਟ ਹੋਣ ਵਾਲੇ ਆ ਜਿਹੜੇ ICC ਨੇ ਜਾਂ ਬਾਕੀ ਆਪਣਾ ICC ਨੇ ਅਨਾਊਂਸ ਕਰਤੇ ਹੋਏ ਆ, ਉਹ ਵੀ ਮੈਂ ਨਾਲ ਦੀ ਨਾਲ ਤੁਹਾਨੂੰ ਕਰਵਾਈ ਜਾਊਂਗਾ। ਠੀਕ ਆ, ਸੋ ਸਾਰਾ ਤੁਹਾਡਾ ਬਹੁਤ ਚੰਗੀ ਤਰ੍ਹਾਂ ਕਵਰ ਹੋ ਜਾਏਗਾ ਵਿਦ ਸਟੈਟਿਕ ਨਾਲ ਕਰੰਟ। ਠੀਕ ਹੈ ਜੀ, ਕਰਦੇ ਹਾਂ ਜੀ ਹੁਣ। ਸੋ ਇਹਦਾ 2023 ਦਾ ਜਿਹੜਾ ICC ਮੈਨਸ ਵਰਲਡ ਕੱਪ ਆ ਨਾ, ਠੀਕ ਆ, ਇਹ ਭਾਰਤ ਦੇ ਵਿੱਚ ਹੋ ਰਿਹਾ ਵਾ। ਨੈਕਸਟ ਕਰਦੇ ਹਾਂ, ਇੱਕ ਬਿੱਲ ਜਿਹੜਾ ਕਿ ਇੰਟਰੋਡਿਊਸ ਕਰਦਾ, ਕਹਿੰਦਾ ਜੀ ਮੰਤਰੀ ਤੋਂ ਇਲਾਵਾ ਕਿਸੇ ਹੋਰ ਮੈਂਬਰ ਦੁਆਰਾ ਸੰਸਦ ਵਿੱਚ ਪੇਸ਼ ਕੀਤਾ ਗਿਆ ਬਿੱਲ ਕਿਹਦੇ ਵਜੋਂ ਜਾਣਿਆ ਜਾਂਦਾ? ਪ੍ਰਾਈਵੇਟ ਮੈਂਬਰ ਬਿੱਲ, ਗਵਰਨਮੈਂਟ ਬਿੱਲ, MP ਦਾ ਬਿੱਲ ਜਾਂ ਨਨ ਆਫ ਦੀ ਅਬਵ? ਸੋ ਇਹਦਾ ਦੱਸਣਾ ਵਾ ਜੀ ਤੁਸੀਂ ਕਿ ਇਹਦਾ ਕੀ ਆਨਸਰ ਬਣ ਸਕਦਾ ਵਾ। ਬਿਲਕੁਲ ਸਹੀ ਜੀ, ਇਹ ਬਣੇਗਾ ਜੀ ਪ੍ਰਾਈਵੇਟ ਮੈਂਬਰਸ ਬਿੱਲ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਇਹਦੇ ਵਿੱਚ ਵਿਅਰਥ ਕਰਾਂਗੇ, ਕਿਉਂਕਿ ਇਹ ਸਾਰੇ ਟੌਪਿਕ ਆਪਾਂ ਬਹੁਤ ਚੰਗੀ ਤਰ੍ਹਾਂ ਪੜ੍ਹੇ ਹੋਏ ਨੇ। ਠੀਕ ਆ, ਸੋ ਸਿਰਫ ਆਪਾਂ ਉਹੀ ਐਕਸਪਲੇਨ ਕਰਾਂਗੇ ਜਿਹੜਾ ਆਪਾਂ ਨੂੰ ਲੱਗੇਗਾ ਕਿ ਹਾਂ ਇਹਦੇ ਵਿੱਚੋਂ ਤਾਂ ਕੁਐਸਚਨ ਨਾਲ ਹੋਰ ਬਣ ਸਕਦਾ, ਕਿਉਂਕਿ ਹੁਣ ਆਪਾਂ ਸਾਰਾ ਪਾਰਲੀਮੈਂਟ ਦਾ ਇਸ ਟਾਈਮ ਇੱਕ MCQ ਦੇ ਵਿੱਚ ਉਹ ਨਹੀਂ ਕਰ ਸਕਦੇ ਹੈ ਨਾ ਐਕਸਪਲੇਨ। ਸੋ ਉਹਦੇ ਲਈ ਤੁਹਾਨੂੰ ਆਪਣਾ ਟੌਪਿਕ ਹੀ ਦੇਖਣਾ ਪੈਣਾ ਵਾ ਜਾ ਕੇ YouTube ਦੇ ਉੱਤੇ। ਇਹਨਾਂ ਦੇ ਵਿੱਚੋਂ ਕਿਹੜੀ ਏਜੰਸੀ ਆ ਜਿਹੜੀ ਕਿ ਸਥਾਨਕ ਸੰਸਥਾਵਾਂ ਲਈ ਚੋਣਾਂ ਕਰਦੀ ਆ? ਠੀਕ ਆ, ਲੋਕਲ ਬੋਡੀ ਦਾ ਜਿਹੜਾ ਇਲੈਕਸ਼ਨ ਕਿਹੜੀ ਸੰਸਥਾ ਵਾ ਜਿਹੜੀ ਕੰਡਕਟ ਕਰਦੀ ਆ? ਸੈਂਟਰਲ ਇਲੈਕਸ਼ਨ ਕਮਿਸ਼ਨ ਹੋ ਗਿਆ, ਸਟੇਟ ਇਲੈਕਸ਼ਨ ਕਮਿਸ਼ਨ ਹੋ ਗਿਆ, ਲੋਕਲ ਬੋਡੀ ਦੈਮਸੈਲਫ ਜਾਂ ਸਟੇਟ ਸਰਕਾਰ? ਸੋ ਇਹਦਾ ਸਹੀ ਆਨਸਰ ਦੇਣਾ ਵਾ ਜੀ ਤੁਸੀਂ। ਸੋ ਆਪਣਾ ਇਲੈਕਸ਼ਨ ਸਿਸਟਮ ਦਾ ਆਪਣਾ ਰਹਿੰਦਾ ਵਾ। ਠੀਕ ਆ ਜੀ, ਸੋ ਇਹ ਆਪਾਂ ਇਹ ਕਰ ਲਾਂਗੇ ਸੀਗਾ, ਇਲੈਕਸ਼ਨ ਕਮਿਸ਼ਨ ਸਾਰਾ ਆਪਣਾ ਰਹਿੰਦਾ ਵਾ। ਸੋ ਇਹ ਟੌਪਿਕ ਆਪਣਾ ਹੋ ਜਾਏਗਾ। ਠੀਕ ਆ ਜੀ, ਜਦੋਂ ਆਪਾਂ ਕੌਨਸਟੀਟਿਊਸ਼ਨਲ ਬੋਡੀਜ਼ ਕਰ ਰਹੇ ਹੋਵਾਂਗੇ ਉਹਦੇ ਵਿੱਚ ਵੀ ਕਰ ਲਾਂਗੇ ਆਪਾਂ। ਸੋ ਇਹਦਾ ਆਪਣਾ ਆਏਗਾ ਜੀ ਆਪਣਾ ਸਟੇਟ ਇਲੈਕਸ਼ਨ ਕਮਿਸ਼ਨ। ਜਿਹੜੀਆਂ ਲੋਕਲ ਬੋਡੀਜ਼ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਨਾ, ਉਹਨੂੰ ਸਟੇਟ ਇਲੈਕਸ਼ਨ ਕਮਿਸ਼ਨ ਕੰਡਕਟ ਕਰਦਾ ਹੁੰਦਾ ਵਾ। ਠੀਕ ਆ, ਲੋਕਲ ਬੋਡੀ 'ਚ ਜਿੱਦਾਂ ਮਿਊਨਿਸਪੈਲਿਟੀ ਦੀਆਂ ਆ ਗਈਆਂ, ਠੀਕ ਆ, ਗ੍ਰਾਮ ਪੰਚਾਇਤ ਦੀਆਂ ਹੋ ਗਈਆਂ। ਸੋ ਇਹ ਸਾਰੀਆਂ ਜਿਹੜੀਆਂ ਵੀ ਲੋਕਲ ਬੋਡੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਉਹ ਆਪਣੀ ਇਲੈਕਸ਼ਨ ਕਰਦੀ ਆ। ਠੀਕ ਆ ਜੀ, ਇਹ ਆਪਣੀ ਸਟੇਟ ਇਲੈਕਸ਼ਨ ਕਮਿਸ਼ਨ। ਇਹਨਾਂ ਦੇ ਵਿੱਚੋਂ ਕਿਹੜੀ ਆ ਕਿੱਥੇ ਆ? ਕਹਿੰਦੇ ਜੀ ਕੋਈ ਆਪਣਾ ਫਸਟ ਗੋਲਡ ਮੈਡਲ ਜਿੱਤਿਆ ਸੀ ਕਾਮਨਵੈਲਥ ਗੇਮਸ ਦੇ ਵਿੱਚ। ਭਾਰਤ ਨੂੰ ਕਾਮਨਵੈਲਥ ਖੇਡਾਂ ਦੇ ਵਿੱਚ ਪਹਿਲਾ ਗੋਲਡ ਮੈਡਲ ਕਦੋਂ ਮਿਲਿਆ? 1962 'ਚ, 58 'ਚ, 1954 'ਚ ਜਾਂ 1966 ਦੇ ਵਿੱਚ? ਸੋ ਤੁਸੀਂ ਪਾਊਸ ਕਰ ਲਿਆ ਕਰਨਾ ਨਾਲ ਦੀ ਨਾਲ। ਅਗਰ ਮੈਂ ਜਲਦੀ ਆਨਸਰ ਬੋਲ ਦਿੰਦਾ ਹੁੰਦਾ ਤਾਂ ਤੁਸੀਂ 10 ਸੈਕਿੰਡ ਲਈ ਆਪਦਾ ਪਾਊਸ ਕਰ ਸਕਦੇ ਹੋ। ਠੀਕ ਆ, ਸੋ ਆਪਾਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਨੀ ਗੀ,
ਸੋ ਇਸੇ ਕਰਕੇ ਆਪਾਂ ਨਾਲ ਦੀ ਨਾਲ ਦੱਸ ਦੇਣਾ। ਸੋ 1958 ਦੇ ਵਿੱਚ ਕਾਮਨਵੈਲਥ ਦੇ ਵਿੱਚ ਪਹਿਲਾ 골ਡ ਮੈਡਲ ਜਿੱਤਿਆ ਸੀ ਇੰਡੀਆ ਨੇ। ਕਿਹਨੇ ਦਵਾਇਆ ਸੀ ਜੀ 골ਡ ਮੈਡਲ? ਪਹਿਲਾਂ ਤਾਂ ਇਹ ਗੇਮਾਂ ਹੋਈਆਂ ਕਿੱਥੀਆਂ ਸੀਗੀਆਂ? ਇਹ ਹੋਈਆਂ ਸੀ ਜੀ ਕਾਰਡਿਫ ਦੇ ਵਿੱਚ, ਕਾਰਡਿਫ ਵੇਲਸ ਦੇ ਵਿੱਚ ਇਹ ਗੇਮਾਂ ਹੋਈਆਂ ਸੀ। ਮਿਲਖਾ ਸਿੰਘ ਜੇਤੂ ਸੀ ਇਹਦੇ, ਠੀਕ ਹੈ ਜੀ। ਮਿਲਖਾ ਸਿੰਘ ਨੇ ਆਪਾਂ ਨੂੰ ਪਹਿਲੀ ਵਾਰ ਇੰਡੀਆ ਨੂੰ 골ਡ ਮੈਡਲ ਦਵਾਇਆ ਸੀ ਕਾਮਨਵੈਲਥ ਗੇਮਸ ਦੇ ਵਿੱਚ 1958 ਦੇ ਵਿੱਚ ਦਵਾਇਆ ਸੀ ਇਹ ਮੈਡਲ, ਠੀਕ ਹੈ। ਕਿੰਨਾ ਟਰੈਕ ਸੀ? 440 ਯਾਰਡਸ ਟਰੈਕ ਦੇ ਵਿੱਚ ਰੇਸ ਦੇ ਵਿੱਚ ਆਪਣਾ ਇਹਨਾਂ ਨੇ 골ਡ ਦਵਾਇਆ ਸੀ, ਠੀਕ ਹੈ ਜੀ। ਸੋ ਮਿਲਖਾ ਸਿੰਘ ਉਸ ਟਾਈਮ ਦੇ ਉੱਤੇ 2021 'ਚ ਨਿਊਜ਼ ਸੀ, ਇਸ ਕਰਕੇ ਉਹਨਾਂ ਨੇ ਲਗਭਗ 3-4 ਕੁਐਸਚਨ ਆਏ ਹੋਏ ਸੀਗੇ ਉਸ ਦੀਆਂ ਇਹਦੀਆਂ ਸ਼ਿਫਟਾਂ ਦੇ ਵਿੱਚ। ਸੋ ਪਰਸਨ ਇਨ ਨਿਊਜ਼ ਆਪਾਂ ਨੂੰ ਕਰਨੇ ਪੈਂਦੇ ਹੁੰਦੇ ਆ, ਠੀਕ ਹੈ ਜੀ। ਸੋ ਆਪਾਂ ਸਟੈਟਿਕ ਜੀਕੇ ਦੇ ਵਿੱਚ ਕਰ ਲਵਾਂਗੇ ਕੰਪਲੀਟ। ਇਹਨਾਂ ਦੇ ਵਿੱਚੋਂ ਕੋਈ ਨੂੰ ਆ ਕਿ ਰੇਡੀਓ ਸਾਇੰਸ ਦਾ ਫਾਦਰ ਕਿਹਾ ਜਾਂਦਾ ਵਾ, ਰੇਡੀਓ ਸਾਇੰਸ ਦੇ ਪਿਤਾਮਾ ਵਜੋਂ ਪਨੀਨੀ, ਰਾਜਾ ਰਾਮ ਮੋਹਨ ਰਾਏ, APJ ਅਬਦੁਲ ਕਲਾਮ ਜਾਂ JC ਬੋਸ। ਸੋ ਇਹ ਵੀ ਸਟੈਟਿਕ ਜੀਕੇ ਦਾ ਕੁਐਸਚਨ ਬਣ ਰਿਹਾ। ਬਿਲਕੁਲ ਸਹੀ ਜੀ, JC ਬੋਸ ਆ ਜਿਨ੍ਹਾਂ ਨੂੰ ਕਿ ਰੇਡੀਓ ਸਾਇੰਸ ਦਾ ਫਾਦਰ ਕਿਹਾ ਜਾਂਦਾ। ਡਬਲ ਸਟਾਰ ਲਗਾ ਲਓ ਜੀ ਇਹਨੂੰ, ਇਹ ਵਾਲਾ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ ਵਾ ਪੇਪਰਾਂ ਦੇ ਵਿੱਚ। ਨੈਕਸਟ ਆ 88 ਨੰਬਰ ਜੀ ਆਪਣਾ ਕੁਐਸਚਨ ਆ ਗਿਆ। ਇਹਦੇ ਵਿੱਚ ਉਹ ਕਹਿੰਦੇ ਆ ਜੀ, ਪੁੱਛਦੇ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਪ੍ਰੋਵਾਈਡ ਦਾ ਪ੍ਰੋਵਿੰਸ ਆਫ ਦਾ ਕੰਪਲਸਰੀ ਐਜੂਕੇਸ਼ਨ ਟੂ ਚਿਲਡਰਨ ਹੈਵਿੰਗ ਏਜ ਅਪ ਟੂ ਕਿੰਨੇ ਸਾਲਾਂ ਤੱਕ ਦੇ, ਮਤਲਬ ਕਿ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਵਿਵਸਥਾ ਦੀ ਰਾਜਨੀਤੀ ਦੇ ਨਿਰਦੇਸ਼ ਦੇ ਵਿੱਚ ਸੰਵਿਧਾਨ ਵਿੱਚ ਸ਼ਾਮਲ ਆ, ਠੀਕ ਹੈ ਜੀ। DPSP ਦੇ ਵਿੱਚ ਪੁੱਛ ਲਿਆ ਉਹਨਾਂ ਨੇ, DPSP ਦੇ ਵਿੱਚ, ਠੀਕ ਹੈ ਜੀ। ਕਿੰਨੇ ਸਾਲ ਦੇ? 15 ਸਾਲ ਦੇ, 16 ਦੇ, 14 ਜਾਂ 13। ਸੋ ਪੋਲਿਟੀ ਦਾ ਤਾਂ ਤੁਹਾਡਾ ਕੋਈ ਵੀ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ, ਕਿਉਂਕਿ ਪੋਲਿਟੀ ਆਪਾਂ ਇੰਨੀ ਡਿਟੇਲ ਦੇ ਵਿੱਚ ਕੀਤੀ ਹੋਈ ਆ। ਚਾਹੇ ਸੌਖੇ ਤੋਂ ਸੌਖਾ ਕੁਐਸਚਨ ਆ ਜਾਵੇ, ਚਾਹੇ ਔਖੇ ਤੋਂ ਔਖਾ ਕੁਐਸਚਨ ਆ ਜਾਵੇ, ਤੁਹਾਨੂੰ ਉਹ ਕਰਨਾ ਹੀ, ਤੁਹਾਡਾ ਉਹ ਸਾਰੀਆਂ ਉਹਦੇ ਵਿੱਚ ਆਪਣੀਆਂ ਕਲਾਸਾਂ ਦੇ ਵਿੱਚੋਂ ਕਵਰ ਹੋਏਗਾ, ਠੀਕ ਹੈ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ ਪੋਲਿਟੀ ਨੂੰ ਤਾਂ। ਸੋ ਨੈਕਸਟ ਆ ਗਿਆ ਜੀ ਇਹਦਾ ਆਪਣਾ 14 ਸਾਲ ਦੀ ਉਮਰ ਤੱਕ ਡਾਇਰੈਕਟਿਵ ਪ੍ਰਿੰਸੀਪਲ DPSP ਦੇ ਵਿੱਚ ਦਰਜ ਆ, ਠੀਕ ਆ। ਕਈ ਵਾਰ ਨਾ ਪੇਪਰ ਦੇ ਵਿੱਚ ਇਹ ਆਰਟੀਕਲ ਪੁੱਛ ਲੈਂਦੇ ਹੁੰਦੇ ਨੇ ਕਿ ਇਹਦੇ ਲਈ ਆਰਟੀਕਲ ਕਿਹੜਾ ਵਾ ਜਿਹਦੇ ਵਿੱਚ ਇਹ ਚੀਜ਼ ਦਰਜ ਆ, ਠੀਕ ਆ। DPSP ਦੇ ਆਰਟੀਕਲ 45 ਦੇ ਵਿੱਚ ਦਰਜ ਆ, ਠੀਕ ਹੈ, DPSP ਦੇ ਵਿੱਚ, ਠੀਕ ਆ। ਸੋ ਇਹ ਯਾਦ ਰੱਖਣਾ ਆਹ ਵਾਲੀ ਚੀਜ਼, ਠੀਕ ਆ। ਆਰਟੀਕਲ 45 ਦਾ ਮਤਲਬ ਇਹ ਆ ਕਿ ਆਰਟੀਕਲ 45 ਦੇ ਵਿੱਚ ਆਹ 14 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦੀ ਵਿਵਸਥਾ ਪ੍ਰਦਾਨ ਕਰਦਾ, ਠੀਕ ਆ। ਬਹੁਤ ਇੰਪੋਰਟੈਂਟ ਬਣਦਾ ਵਾ ਕੁਐਸਚਨ, ਕਈ ਵਾਰ ਉਹ ਆਰਟੀਕਲ ਪੁੱਛਦੇ ਨੇ, ਠੀਕ ਆ, ਡਾਇਰੈਕਟ। ਨੈਕਸਟ ਕਰਦੇ ਹਾਂ ਜੀ, ਹੂ ਅਮੰਗ ਦਾ ਫੋਲੋਇੰਗ ਵਾਸ ਦਾ ਫਸਟ ਟੀਚਰ ਆਫ ਗੌਤਮ ਬੁੱਧ ਦੇ ਪਹਿਲੇ ਅਧਿਆਪਕ ਕੌਣ ਸੀ? ਅਲਾਰਾ ਕਲਾਮਾ, ਰਾਮਪੁੱਤਰਾ, ਆਦਿ ਸ਼ੰਕਰਾਚਾਰੀਆ ਜਾਂ ਅਗਸਤਿਆਰ? ਦੱਸੋ ਜੀ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਆਪਣਾ ਅਲਾਰਾ ਕਲਾਮਾ, ਠੀਕ ਹੈ ਜੀ। ਸੋ ਇਹਦਾ ਸਹੀ ਆਨਸਰ ਇਹ ਬਣਦਾ। ਨੈਕਸਟ ਕਰਦੇ ਹਾਂ ਜੀ ਆਪਾਂ, ਹੂ ਅਪਾਇੰਟ ਦਾ, ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਰਾਜਾਂ ਵਿੱਚ ਸੰਸਦੀ ਸਕੱਤਰਾਂ ਨੂੰ ਨਿਯੁਕਤ ਕਰਦਾ ਵਾ ਜੋ ਕਿ ਰਾਜ ਸਭਾ ਦੇ ਮੈਂਬਰ ਹੁੰਦੇ ਨੇ? ਚੀਫ ਮਿਨਿਸਟਰ, ਗਵਰਨਰ, ਸਟੇਟ ਅਸੈਂਬਲੀ ਸਪੀਕਰ ਜਾਂ ਓਪੋਜੀਸ਼ਨ ਲੀਡਰ ਇਨ ਸਟੇਟ ਅਸੈਂਬਲੀ, ਠੀਕ ਆ। ਪਾਰਲੀਮੈਂਟਰੀ ਸੈਕਟਰੀ ਦਾ ਪੁੱਛਿਆ ਉਹਨਾਂ ਨੇ ਇੰਡੀਅਨ ਸਟੇਟਸ ਦੇ ਵਿੱਚ, ਠੀਕ ਆ, ਰਾਜਾਂ ਦੇ ਵਿੱਚ ਪੁੱਛਿਆ। ਸੋ ਇਹਦਾ ਸਹੀ ਆਨਸਰ ਬਣਦਾ ਜੀ ਗਵਰਨਰ, ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ ਇਹਦਾ, ਠੀਕ ਹੈ ਜੀ। ਸੋ ਗਵਰਨਰ ਤੁਸੀਂ ਮਾਰਕ ਕਰ ਲੈਣਾ ਵਾ। ਨੈਕਸਟ ਕਰਦੇ ਹਾਂ ਜੀ ਆਪਾਂ, ਇਹਨਾਂ ਦੇ ਵਿੱਚੋਂ ਸਾਊਥਰਨ ਮੋਸਟ ਪੁਆਇੰਟ ਪੁੱਛ ਲਿਆ ਉਹਨਾਂ ਨੇ ਜੀ ਆਪਣਾ। ਜੇਕਰ ਆਪਾਂ ਨੂੰ ਸਾਊਥਰਨ ਮੋਸਟ ਪੁਆਇੰਟ ਪੁੱਛ ਲੈਣ ਤਾਂ ਇਹ ਇੰਦਰਾ ਪੁਆਇੰਟ ਆ। ਜੇਕਰ ਆਪਾਂ ਨੂੰ ਨਾ ਨਾਰਥਰਨ ਮੋਸਟ ਪੁਆਇੰਟ ਪੁੱਛ ਲੈਣ, ਨਾਰਥਰਨ ਮੋਸਟ ਪੁਆਇੰਟ ਪੁੱਛ ਲੈਣ, ਸੋ ਆਪਾਂ ਜਦੋਂ ਜੋਗਰਾਫੀ ਕਰਾਂਗੇ ਉਹਦੇ ਵਿੱਚ ਕਰਾਂਗੇ ਤਾਂ ਉਹਨੂੰ ਕਹਿੰਦੇ ਆ ਇੰਦਰਾ ਕੌਲ, ਠੀਕ ਆ ਜੀ। ਸੋ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਨਾਰਥਰਨ ਆਏਗਾ ਤਾਂ ਤੁਸੀਂ ਇਹ ਲਾਉਣਾ ਵਾ, ਅਗਰ ਸਾਊਥਰਨ ਆਏਗਾ ਤਾਂ ਦੂਸਰਾ ਲਾਉਣਾ, ਠੀਕ ਹੈ ਜੀ। ਫਿਰ ਸਾਊਥਰਨ ਆਏਗਾ ਤਾਂ ਇੰਦਰਾ ਪੁਆਇੰਟ ਲਾਉਣਾ। ਨੈਕਸਟ ਕਰਦੇ ਹਾਂ ਜੀ, ਦਾ ਮੇਨ ਪਰਪਸ ਆਫ ਦਾ ਵਾਟਰ ਮੈਨੇਜਮੈਂਟ ਸਟ੍ਰੈਟਜੀ ਇਨ ਇੰਡੀਆ ਇਜ਼, ਠੀਕ ਹੈ ਜੀ। ਸੋ ਇਹ ਆ ਤੁਸੀਂ ਦੱਸਣਾ ਵਾ। ਸੋ ਇਹ ਵੀ ਅਗਰ ਆਪਾਂ ਇਹੋ ਜਿਹੇ ਕੁਐਸਚਨ ਵੀ ਹੁੰਦੇ ਨੇ ਨਾ, ਸੋ ਇਹੋ ਜਿਹੇ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛ ਲੈਂਦੇ ਹੁੰਦੇ ਨੇ, ਠੀਕ ਆ। ਸੋ ਤੁਹਾਡੇ ਲਈ ਪੂਰੇ 10 ਸੈਕਿੰਡ ਦਾ ਟਾਈਮ ਆ, ਤੁਸੀਂ 10 ਸੈਕਿੰਡ ਦੇ ਵਿੱਚ ਇਹਦਾ ਆਨਸਰ ਲਾਉਣਾ ਕਿ ਕੀ ਬਣੇਗਾ, ਠੀਕ ਆ। ਸੋ ਇਹ ਮੈਂ ਤੁਹਾਨੂੰ ਦੱਸਦਾ ਮਿੱਟੀ ਦੀ ਸੰਭਾਲ ਕਰਾਂ, ਠੀਕ ਹੈ, ਕੰਜ਼ਰਵ ਆਫ ਸੋਇਲ। ਨੈਕਸਟ ਕਰਦੇ ਹਾਂ ਜੀ ਆਪਾਂ 93 ਕੁਐਸਚਨ ਦੇ ਆ ਗਏ। ਜਦੋਂ ਇੱਕ ਬਿੱਲ ਇੰਟਰੋਡਿਊਸ ਹੁੰਦਾ ਉਹ ਕਹਿੰਦੇ ਜੀ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਦਾ ਸੰਸਦ ਦੇ ਵਿੱਚ ਜਦੋਂ ਬਿੱਲ ਪੇਸ਼ ਹੁੰਦਾ ਤਾਂ ਇਹ ਕਿੰਨੀ ਵਾਰ ਪੜ੍ਹਿਆ ਜਾਂਦਾ ਵਾ ਈਚ ਹਾਊਸ ਦੇ ਵਿੱਚ, ਠੀਕ ਆ। 2 ਵਾਰੀ, 3 ਵਾਰੀ, 4 ਵਾਰੀ ਜਾਂ 5 ਵਾਰੀ। ਮੋਸਟ ਇੰਪੋਰਟੈਂਟ ਕੁਐਸਚਨ ਆ। ਸੋ ਇਹਨੂੰ ਤੁਸੀਂ ਰੱਟੇ ਵਾਂਗੂ ਹੀ ਲਗਾ ਲਓ ਕਿ ਰੱਟਾ ਹੀ ਲਗਾ ਲਓ ਇਹਨੂੰ, ਠੀਕ ਆ, ਪੇਪਰ ਦੇ ਵਿੱਚ। ਸੋ ਇਹਦੇ ਵਿੱਚ ਕੋਈ ਸਮਝਾਉਣ ਵਾਲਾ ਉਹ ਨਹੀਂਗਾ, ਇਹਦੇ ਵਿੱਚ ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿੰਨੀ ਵਾਰ ਪੜ੍ਹਿਆ ਜਾਂਦਾ। 3 ਵਾਰੀ ਪੜ੍ਹਿਆ ਜਾਂਦਾ ਬਸ, ਠੀਕ ਆ। ਡਾਇਰੈਕਟ ਇਹ ਚੀਜ਼ ਬਸ ਤੁਸੀਂ ਯਾਦ ਹੋਣੀ ਚਾਹੀਦੀ ਹੈ। ਵੇਅਰ ਵਾਜ਼ ਦਾ ਫਸਟ ਐਂਗਲੋ ਸਿੱਖ ਬੈਟਲ, ਕਿੱਥੇ ਲੜੀ ਗਈ ਸੀ ਜੀ? ਮੋਗਾ, ਅੰਮ੍ਰਿਤਸਰ, ਲਾਹੌਰ ਜਾਂ ਫਿਰੋਜ਼ਪੁਰ? ਦੱਸੋ ਜੀ। ਸੋ ਸੌਖਾ ਹੀ ਕੁਐਸਚਨ ਬਣਦਾ ਜੀ। ਮੋਗਾ ਵੀ ਐਲੀਮੀਨੇਟ ਹੋ ਗਿਆ, ਅੰਮ੍ਰਿਤਸਰ ਵੀ ਹੋ ਗਿਆ, ਲਾਹੌਰ ਦੇ ਵੀ ਹੋ ਗਿਆ, ਤਾਂ ਫਿਰੋਜ਼ਪੁਰ ਹੀ ਵੱਜਦਾ, ਠੀਕ ਹੈ ਜੀ। ਫਿਰੋਜ਼ਪੁਰ ਇਹਦਾ ਸਹੀ ਆਨਸਰ ਬਣ ਜਾਏਗਾ। ਨੈਕਸਟ ਕਰਦੇ ਹਾਂ ਜੀ। ਸੋ ਆਪਾਂ ਡਿਟੇਲ ਦੇ ਵਿੱਚ ਕੀਤੀਆਂ ਹੋਈਆਂ ਨੇ ਐਂਗਲੋ ਲੜਾਈਆਂ, ਠੀਕ ਆ। ਨੈਕਸਟ ਕਰਦੇ ਹਾਂ ਜੀ, ਇਹਨਾਂ ਚੋਂ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਉਹ ਕਹਿੰਦੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਆਪਦੀ ਰਿਸਟ੍ਰਿਕਸ਼ਨ ਦੀ ਪਾਵਰ ਕਰਕੇ ਤੇ ਪ੍ਰਾਈਮ ਮਿਨਿਸਟਰ ਨੂੰ ਅਪਾਇੰਟ ਕਰ ਸਕਦਾ, ਠੀਕ ਹੈ, ਆਪਦੇ ਵਿਵੇਕ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰ ਸਕਦਾ। ਵੈਨ ਨੋ ਪੋਲੀਟੀਕਲ ਪਾਰਟੀ ਇੰਜੋਏ ਕਲੀਅਰ ਮੇਜੋਰਿਟੀ ਇਨ ਦਾ ਲੋਕ ਸਭਾ, ਵੈਨ ਲੋਕ ਸਭਾ ਇਜ਼ ਡਿਸੋਲਵ ਡਿਊਰਿੰਗ ਐਮਰਜੈਂਸੀ, ਜਾਂ ਕਿਸੇ ਵੀ ਟਾਈਮ ਦੇ ਉੱਤੇ।
ਸੋ ਇਹਦਾ ਸਹੀ ਆਨਸਰ ਬਣਦਾ ਜੀ ਜਦੋਂ ਮੰਨ ਲਓ ਕੋਈ ਵੀ ਰਾਜਨੀਤੀ ਪਾਰਟੀ ਹੁੰਦੀ ਹੈ ਨਾ ਜਿਹੜੀ, ਉਹ ਲੋਕ ਸਭਾ ਦੇ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦੀ, ਤਾਂ ਉਸ ਟਾਈਮ ਦੇ ਉਹਦਾ ਪ੍ਰਾਈਮ ਮਿਨਿਸਟਰ ਦੀ ਨਿਯੁਕਤੀ ਕਰ ਸਕਦਾ ਵਾ। ਠੀਕ ਆ, ਆਪਦੇ ਵਿਵੇਕ ਦੀ ਵਰਤੋਂ ਕਰਦੇ ਆ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਲਿਖਿਆ ਕਿ ਇੰਡੀਅਨ ਹੌਟ ਟੈਂਪਰ ਨੇ ਪਰ ਓਨੈਸਟ ਨੇ, ਠੀਕ ਆ ਬਈ ਇਮਾਨਦਾਰ ਨੇ? ਹਰਸ਼ਵਰਧਨ ਨੇ, ਹਿਊਨਨ ਸੰਘ ਨੇ, ਜਾਂ ਨਿਕੀਟਿਨ ਨੇ, ਜਾਂ ਜਇਆ ਦੇਵਾ ਨੇ? ਦੱਸਣਾ ਜੀ ਤੁਸੀਂ ਇਹਦਾ ਆਨਸਰ। ਸੋ ਬੀ ਸਹੀ ਹੈ, ਹਿਊਨ ਟੀ ਸੰਘ ਨੇ। ਠੀਕ ਆ, ਸੋ ਇਹ ਵੀ ਤੁਸੀਂ ਯਾਦ ਕਰ ਲਓ। ਸੋ ਨੈਕਸਟ ਆ ਗਿਆ ਜੀ ਆਪਣਾ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਲੜਾਈ ਕਿਹੜੀ ਨਦੀ ਦੇ ਕਿਨਾਰੇ ਦੇ ਉੱਤੇ ਲੜੀ ਸੀ? ਠੀਕ ਆ ਜੀ, ਬਿਆਸ, ਗਿਰੀ, ਰਾਵੀ ਜਾਂ ਚਨਾਬ? ਸੋ ਇਹਦਾ ਬਣਦਾ ਵਾ ਜੀ ਆਪਣਾ ਗਿਰੀ ਨਦੀ ਦੇ ਕਿਨਾਰੇ ਦੇ ਉੱਤੇ ਲੜੀ ਸੀ। ਕਦੋਂ ਲੜੀ ਸੀ ਜੀ ਇਹ? ਆਪਣੀ ਸ਼ਾਇਦ 1686 ਦੇ ਵਿੱਚ ਲੜੀ ਸੀ ਇਹਨਾਂ ਨੇ। ਠੀਕ ਹੈ ਜੀ, 1686 ਦੇ ਵਿੱਚ। ਤੇ ਇਹ ਲੜਾਈ ਨੂੰ ਆਪਾਂ ਕੀ ਕਹਿੰਦਾ, ਕਿਹੜੀ ਲੜਾਈ ਸੀ ਇਹ? ਬੈਟਲ ਆਫ ਭਗਨਾਨੀ, ਬੈਟਲ ਆਫ ਭਗਨਾਨੀ ਦੀ ਲੜਾਈ ਸੀ। ਨੈਕਸਟ ਕਰਦੇ ਹਾਂ ਜੀ ਆਪਾਂ, ਇਹਨਾਂ ਦੇ ਵਿੱਚੋਂ ਕਿਹੜੇ ਆਉਦਰ ਆ ਜਿਹਨੂੰ ਕਿ ਮਾਈ ਐਨਕਾਊਂਟਰ ਇਨ ਦਾ ਪਾਰਲੀਮੈਂਟ, ਠੀਕ ਆ ਜੀ, ਕਿਹਨੇ ਲਿਖੀ ਆ? ਸੋ ਇਹ 2020 ਦਾ ਸ਼ਾਇਦ ਕਰੰਟ ਅਫੇਅਰ ਦਾ ਕੁਐਸਚਨ ਸੀਗਾ। ਬਾਲ ਚੰਦਰ ਮੁਗੇਕਰ, ਸ਼ਸ਼ੀ ਥਰੂਰ, ਮਿਲਨ ਵੈਸ਼ਨਵ ਜਾਂ ਅਮਿਤ ਸ਼ਾਹ? ਸੋ ਬਿਲਕੁਲ ਸਹੀ ਜੀ, ਇਹਦਾ ਬਣਦਾ ਬਾਲ ਚੰਦਰ ਮੁਗੇਕਰ। ਠੀਕ ਹੈ ਜੀ, ਇਹਨਾਂ ਨੇ ਇਹ ਮਤਲਬ ਬੁੱਕ ਲਿਖੀ ਸੀ। ਸੋ ਇਹਨੂੰ ਲਾਂਚ ਕਿਹਨੇ ਕੀਤਾ ਸੀ? ਇਹਨੂੰ ਲਾਂਚ ਕੀਤਾ ਸੀ ਹਾਮਿਦ ਅੰਸਾਰੀ, ਜਿਹੜੇ ਫਾਰਮਰ ਹਾਮਿਦ ਅੰਸਾਰੀ ਨੇ ਲਾਂਚ ਕੀਤਾ ਸੀ, ਜਿਹੜੇ ਕਿ ਫਾਰਮਰ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਭਾਰਤ ਦੇ। ਠੀਕ ਆ, ਜਿਹੜੇ ਇਹ ਆਪਣੇ ਜਿਹੜੀ ਆਪਣੇ ਬਾਲਾ ਚੰਦਰ ਮੁਗੇਕਰ ਨੇ, ਠੀਕ ਆ, ਇਹ ਇਕਨੋਮਿਕਸ ਨੇ, ਇਕਨੋਮਿਕਸ ਰਹਿ। ਸੋ ਇਹ ਸਾਬਕਾ ਆਪਣੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ। ਠੀਕ ਆ, ਰਾਜ ਸਭਾ ਦੇ ਮੈਂਬਰ। ਸੋ ਨੈਕਸਟ ਕਰਦੇ ਹਾਂ ਜੀ ਆਪਾਂ, ਹੂ ਕਿਲਡ ਦਾ ਬ੍ਰਿਟਿਸ਼ ਪੁਲਿਸ ਆਫਿਸਰ? ਬ੍ਰਿਟਿਸ਼ ਪੁਲਿਸ ਆਫਿਸਰ ਜੌਨ ਸਾਂਡਰਸ ਨੂੰ ਕਿਹਨੇ ਮਾਰਿਆ? ਭਗਤ ਸਿੰਘ, ਊਧਮ ਸਿੰਘ, ਚੰਦਰ ਸ਼ੇਖਰ ਜਾਂ ਨੱਥੂ ਰਾਮ ਗੋਡਸੇ? ਸੋ ਇਹ ਤਾਂ ਤੁਹਾਨੂੰ ਸਾਰਾ ਸਹੀ ਜਾਂਦਾ ਹੋਵੇਗਾ ਜੀ, ਭਗਤ ਸਿੰਘ ਨੇ ਮਾਰਿਆ ਸੀ। ਠੀਕ ਆ ਜੀ, ਸੋ ਇਹਨਾਂ ਨੇ ਪਲਾਨ ਕਿਹਨੂੰ ਬਣਾਇਆ ਸੀ? ਸਕਾਟ ਨੂੰ, ਜੇਮਸ ਸਕਾਟਸ ਨੂੰ ਮਾਰਨ ਦਾ ਪਲਾਨ ਬਣਾਇਆ ਸੀ ਇਹਨਾਂ ਨੇ, ਪਰ ਉਸ ਟਾਈਮ ਦੇ ਉੱਤੇ ਇਹਨਾਂ ਤੋਂ ਮਿਸਟੇਕਲੀ ਜੌਨ ਸਾਂਡਰਸ ਮਾਰਿਆ ਗਿਆ ਸੀ। ਠੀਕ ਆ, ਸੋ ਪੇਪਰ 'ਚ ਇਹ ਵੀ ਕੁਐਸਚਨ ਬਣਦਾ ਵਾ। ਹੀਰਾਕੁੰਡ ਡੈਮ ਇਜ਼ ਬਿਲਟ ਇਨ ਦਾ ਵਿਚ ਆਫ ਦਾ ਫੋਲੋਇੰਗ ਰਿਵਰ? ਹੀਰਾਕੁੰਡ ਡੈਮ ਕਿਹੜੀ ਨਦੀ ਤੇ ਬਣਿਆ? ਗੰਗਾ, ਬਿਆਸ, ਮਹਾਨੰਦੀ ਜਾਂ ਰਾਵੀ? ਸੋ ਹੀਰਾਕੁੰਡ ਡੈਮ ਆ ਨਾ ਜਿਹੜਾ ਆਪਣਾ ਲੌਂਗੈਸਟ ਡੈਮ ਆ, ਮੈਂ ਤੁਹਾਨੂੰ ਸਟੈਟਿਕ ਜੀਕੇ 'ਚ ਕਰਵਾਇਆ ਵਾ, ਲੌਂਗੈਸਟ ਡੈਮ ਆ। ਠੀਕ ਆ, ਸੋ ਇਹਦੀ ਨਦੀ ਯਾਦ ਕਰ ਲਓ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦੀ ਆ ਨਦੀ ਮਹਾਨੰਦੀ। ਠੀਕ ਆ, ਕਿੱਥੇ ਲੋਕੇਟਡ ਆ ਵੈਸੇ ਇਹ ਹੀਰਾਕੁੰਡ ਡੈਮ? ਉੜੀਸਾ 'ਚ। ਠੀਕ ਆ ਜੀ, ਸੋ ਇਹ 3 ਪੁਆਇੰਟ ਤੁਸੀਂ ਯਾਦ ਕਰਨੇ ਆ ਪੇਪਰ ਦੇ ਵਿੱਚ, ਇਹਦੇ 'ਚੋਂ ਬਹੁਤ ਵਾਰੀ ਕੁਐਸਚਨ ਬਣਦਾ ਵਾ। ਨੈਕਸਟ, ਇਹਨਾਂ 'ਚੋਂ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸਿਰਫ ਜਿਹੜੇ ਲੋਕਲ ਮਤਲਬ ਨੇ, ਠੀਕ ਆ, ਸਥਾਨਕ ਲੋਕਾਂ ਲਈ ਨੌਕਰੀ ਰਿਜ਼ਰਵ ਦਾ ਫੈਸਲਾ ਕਰ ਲਿਆ? ਅੰਡਮਾਨ ਨਿਕੋਬਰ, ਲਦਾਖ, ਪੁਡੂਚੇਰੀ ਜਾਂ ਜੰਮੂ ਐਂਡ ਕਸ਼ਮੀਰ? ਸੋ ਇਹ ਕਰੰਟ ਅਫੇਅਰ ਦਾ ਕੁਐਸਚਨ ਸੀ, ਲਦਾਖ ਸਹੀ ਬਚ ਜਾਏਗਾ ਜੀ ਇਹਦਾ। ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਡਜ਼ ਨਾਟ ਸੁਪਰਵਾਈਜ਼ ਦਾ ਇਲੈਕਸ਼ਨ? ਇਹਨਾਂ ਦੇ ਵਿੱਚੋਂ ਭਾਰਤ ਦੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਦੀ ਨਿਗਰਾਨੀ ਨਹੀਂ ਕਰਦੇ? ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ, ਸਟੇਟ ਅਸੈਂਬਲੀ ਜਾਂ ਗ੍ਰਾਮ ਪੰਚਾਇਤ? ਕਿਹਦੀਆਂ ਚੋਣਾਂ ਦੀ ਪੁੱਛ ਰਹੇ ਨੇ ਮਤਲਬ ਉਹ। ਸੋ ਇਹ ਤਾਂ ਤੁਹਾਡਾ ਸਾਰਾ ਅਗਰ ਤੁਸੀਂ ਪਹਿਲਾਂ ਆਪਣਾ ਦੇਖਿਆ ਵਾ ਤਾਂ ਉਹਦੇ ਵਿੱਚ ਹੀ ਕਵਰ ਹੋ ਰਿਹਾ। ਠੀਕ ਆ ਜੀ, ਸੋ ਗ੍ਰਾਮ ਪੰਚਾਇਤ। ਸੋ ਇਹ ਆਪਣਾ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ। ਠੀਕ ਹੈ ਜੀ, ਗ੍ਰਾਮ ਪੰਚਾਇਤ ਆ, ਇਹਦੀ ਨਿਗਰਾਨੀ ਨਹੀਂ ਕਰਦੇ ਹੁੰਦੇ ਚੀਫ ਇਲੈਕਸ਼ਨ ਕਮਿਸ਼ਨਰ, ਕਿਉਂਕਿ ਜਿਹੜੇ ਗ੍ਰਾਮ ਪੰਚਾਇਤ ਦੀਆਂ ਜਿਹੜੀਆਂ ਚਲਾਉਣਾ ਉਹ ਸਟੇਟ ਇਲੈਕਸ਼ਨ ਕਮਿਸ਼ਨ ਕੰਡਕਟ ਕਰਦਾ ਹੁੰਦਾ ਵਾ। ਠੀਕ ਆ, ਸੋ ਨੈਕਸਟ ਕਰਦੇ ਹਾਂ, ਪ੍ਰੈਜ਼ੀਡੈਂਟ ਆਫ ਇੰਡੀਆ ਅਪਾਇੰਟ ਏ ਪਰਸਨ? ਕੋਈ ਪ੍ਰੈਜ਼ੀਡੈਂਟ ਆਫ ਇੰਡੀਆ ਕਿਸੇ ਪਰਸਨ ਨੂੰ ਅਪਾਇੰਟ ਕਰ ਸਕਦੇ ਜਿਹੜੇ ਮੈਂਬਰ ਨਾ ਹੋਵੇ ਪਾਰਲੀਮੈਂਟ ਦੇ, ਐਜ਼ ਏ ਮਿਨਿਸਟਰ ਫॉर ਦਾ ਮੈਕਸਿਮਮ ਪੀਰੀਅਡ। ਮੈਂ ਪਾਰਲੀਮੈਂਟ ਦਾ ਮੈਂਬਰ ਨਹੀਂਗਾ, ਪਰ ਉਹ ਮਿਨਿਸਟਰ ਨੂੰ ਫਿਰ ਵੀ ਉਹਨੂੰ ਮਿਨਿਸਟਰ ਅਪਾਇੰਟ ਕਰ ਸਕਦੇ ਨੇ ਵੱਧ ਤੋਂ ਵੱਧ ਕਿੰਨੇ ਟਾਈਮ ਲਈ? ਸੋ 6 ਮਹੀਨਿਆਂ ਲਈ ਕਰ ਸਕਦੇ ਨੇ, ਉਸ ਤੋਂ ਬਾਅਦ ਉਹਨੂੰ ਆਪਦਾ ਉਹ ਮੈਂਬਰ ਬਣਨਾ ਪੈਣਾ ਵਾ। ਠੀਕ ਆ, ਸੋ ਇਹ ਕਰਵਾਇਆ ਹੋਇਆ ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ। ਇਹਨਾਂ ਦੇ ਵਿੱਚੋਂ ਕੌਣ ਚੇਅਰਮੈਨ ਆ ਜਿਹਨੂੰ ਕਿ ਬਾਉਂਡਰੀ ਕਮਿਸ਼ਨ, ਬੰਗਾਲ ਤੇ ਪੰਜਾਬ ਦੀ ਜਦੋਂ ਵੰਡ ਹੋਈ ਸੀ ਉਹਦੀ ਬਾਉਂਡਰੀ ਕਮਿਸ਼ਨ ਦੇ ਚੇਅਰਮੈਨ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਸੀ? HC ਲਾਰੈਂਸ ਹੋ ਗਿਆ, ਸਰ ਸਿਰਿਲ ਰੈਡਕਲਿਫ ਹੋ ਗਿਆ, ਲਾਰਡ ਡਲਹੌਜ਼ੀ ਹੋ ਗਿਆ ਜਾਂ ਸੈਮੂਅਲ ਹਫ ਹੋ ਗਿਆ? ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, 2-3 ਤਰੀਕੇ 'ਚ ਇਹ ਘੁਮਾ ਕੇ ਪੁੱਛ ਲੈਂਦੇ ਨੇ। ਸੋ ਆਪਾਂ ਮਾਡਰਨ ਹਿਸਟਰੀ 'ਚ ਵਿੱਚ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ, ਸਰ ਸਿਰਿਲ ਰੈਡਕਲਿਫ ਆ। ਠੀਕ ਹੈ ਜੀ, ਨੈਕਸਟ ਆ ਗਿਆ, ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਹੈਲਡ ਦਾ ਆਫਿਸ ਆਫ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਫॉर ਦਾ 2 ਮਤਲਬ ਲਗਾਤਾਰ ਟਾਈਮ ਦੇ ਦੌਰਾਨ ਕਿਹਨੇ ਆਪਣੇ ਉਪ ਰਾਸ਼ਟਰੀ ਦਾ ਅਹੁਦਾ ਸੰਭਾਲਿਆ ਸੀ? ਡਾਕਟਰ ਰਾਧਾ ਕ੍ਰਿਸ਼ਨਨ, S ਰਾਧਾ ਕ੍ਰਿਸ਼ਨਨ, ਸ਼੍ਰੀ R ਵੈਂਕਟਰਮਨ, ਸੋ ਡਾਕਟਰ ਸ਼ੰਕਰ ਦਿਆਲ ਸ਼ਰਮਾ ਜਾਂ ਸ਼੍ਰੀ VV ਗਿਰੀ? ਸੋ ਇਹਦਾ ਸਹੀ ਬਣਦਾ ਜੀ ਆਪਣਾ ਡਾਕਟਰ S ਰਾਧਾ ਕ੍ਰਿਸ਼ਨਨ। ਇਹਨਾਂ ਨੇ 1952 ਤੋਂ ਲੈ ਕੇ 62 ਤੱਕ ਲਗਾਤਾਰ 10 ਸਾਲ ਲਈ ਆਪਣਾ ਅਹੁਦਾ ਸੰਭਾਲਿਆ ਸੀ। ਠੀਕ ਆ, ਲਾਜ਼ ਆਰ ਮੇਡ, ਕਹਿੰਦਾ ਜੀ ਭਾਰਤੀ ਰਾਜਾਂ ਲਈ ਕਾਨੂੰਨ, ਠੀਕ ਹੈ ਜੀ, ਸਟੇਟਸ ਦੇ ਵਿੱਚ ਪੁੱਛਿਆ ਉਹਨਾਂ ਨੇ, ਸਟੇਟ ਦੇ ਵਿੱਚ ਕਿੱਥੇ ਬਣਾਏ ਜਾਂਦੇ ਨੇ? ਨੈਕਸਟ ਆਪਾਂ ਗੱਲ ਕਰੀਏ ਲੋਕ ਸਭਾ 'ਚ, ਰਾਜ ਸਭਾ 'ਚ, ਲੈਜਿਸਲੇਟਿਵ ਅਸੈਂਬਲੀ 'ਚ ਜਾਂ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵਿੱਚ? ਦੱਸੋ ਜੀ ਇਹਦਾ ਕਿਹੜਾ ਸਹੀ ਬਣਦਾ? ਸੋ ਬਿਲਕੁਲ ਸਹੀ ਜੀ, ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬਣਦੇ ਨੇ, ਵਿਧਾਨ ਸਭਾ ਦੇ ਵਿੱਚ ਭਾਰਤੀ ਰਾਜਾਂ ਦੇ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ। ਇਹ ਤਾਂ ਤੁਹਾਨੂੰ ਵੈਸੇ ਵੀ ਆਉਂਦਾ ਹੋਵੇਗਾ।
ਪੰਚਾਇਤੀ ਰਾਜ ਇੰਸਟੀਟਿਊਸ਼ਨ ਜਦੋਂ ਬਲਾਕ ਲੈਵਲ ਦੇ ਉੱਤੇ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਕੀ ਕਿਹਾ ਜਾਂਦਾ? ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ ਜਾਂ ਯੂਨੀਅਨ ਬੋਰਡ। ਸੋ ਇਹ ਵੀ ਆਪਾਂ ਪੰਚਾਇਤੀ ਰਾਜ ਆਪਣਾ ਇਸ ਤੋਂ ਅਗਲਾ ਟੌਪਿਕ, ਇੱਕ ਟੌਪਿਕ ਛੱਡ ਕੇ ਆਪਣਾ ਅਗਲਾ ਟੌਪਿਕ ਹੋਇਆ, ਠੀਕ ਹੈ। 22 ਕਲਾਸਾਂ ਆਪਣੀਆਂ ਪੋਲਿਟੀ ਦੀਆਂ ਹੋ ਚੁੱਕੀਆਂ ਨੇ, ਇਹ ਆਪਾਂ ਬਹੁਤ ਚੰਗੀ ਤਰ੍ਹਾਂ ਕਰਾਂਗੇ, ਠੀਕ ਹੈ ਜੀ, ਪੰਚਾਇਤੀ ਰਾਜ ਚੋਂ, ਕਿਉਂਕਿ ਇਹਦੇ ਚੋਂ ਇੱਕ ਕੁਐਸਚਨ ਬਣਦਾ ਹੀ ਬਣਦਾ। ਸੋ ਪੰਚਾਇਤ ਸਮਿਤੀ ਦਾ ਸਹੀ ਹੋ ਜਾਂਦਾ ਵਾ ਆਨਸਰ। 108 ਨੰਬਰ ਤੇ ਆ ਗਏ ਜੀ ਆਪਾਂ। ਇਹਨਾਂ ਦੇ ਵਿੱਚੋਂ ਫੋਲੋਇੰਗ ਕੌਣ ਆ ਜਿਹੜਾ ਕਿ ਟਰੂ ਆ ਗਵਰਨਰ ਲਈ? ਗਵਰਨਰ ਹੈਜ਼ ਨੋ ਸਿਕਿਉਰਿਟੀ ਆਫ ਟੈਨਰ, ਗਵਰਨਰ ਹੋਲਡ ਆਫਿਸ ਫॉर ਇਹ 5 years, ਠੀਕ ਹੈ ਜੀ। ਦੱਸੋ ਇਹਨਾਂ ਦੋਨਾਂ ਚੋਂ ਕਿਹੜਾ ਸਹੀ ਆ? ਇੱਕ ਸਹੀ ਆ, ਦੋ ਸਹੀ ਆ, ਦੋਨੇ ਸਹੀ ਆ, ਜਾਂ ਕੋਈ ਵੀ ਨਹੀਂ ਸਹੀ ਆ? ਸੋ ਇਹ ਥੋੜਾ ਜਿਹਾ ਉਹਨਾਂ ਨੇ ਘੁਮਾ ਕੇ ਤੁਹਾਨੂੰ ਪੁੱਛਿਆ ਹੋਇਆ ਵਾ, ਸੋ ਕਨਫਿਊਜ਼ ਕਰਨੀ। ਮੇਰਾ ਤੁਹਾਨੂੰ ਇਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ 1 ਤੇ 2 ਦੋਨੇ ਹੀ ਸਹੀ ਹੁੰਦੇ ਆ। ਵੈਸੇ ਅਗਰ ਆਪਾਂ ਗੱਲ ਕਰੀਏ ਤਾਂ 5 ਸਾਲ ਲਈ ਇਹਨੂੰ ਇੱਕ ਵਾਰ ਅਪਾਇੰਟ ਕੀਤਾ ਜਾਂਦਾ, ਠੀਕ ਆ, ਰਾਸ਼ਟਰਪਤੀ ਦੁਆਰਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਪਰ ਉਹਦਾ ਕੋਈ ਸਿਕਿਉਰਿਟੀ ਆਫ ਟੈਨਰ ਨਹੀਂ ਹੁੰਦਾ। ਰਾਸ਼ਟਰਪਤੀ ਕਿਸੇ ਟਾਈਮ ਤੇ ਉੱਤੇ ਵੀ ਉਹਨੂੰ ਜਾਂ ਤਬਦੀਲ ਕਰ ਸਕਦਾ ਹੁੰਦਾ ਜਾਂ ਹਟਾ ਵੀ ਸਕਦਾ ਹੁੰਦਾ, ਠੀਕ ਹੈ। ਸੋ ਇਸ ਕਰਕੇ ਦੋਨੇ ਹੀ ਸਹੀ ਬਣਦੇ ਨੇ। ਸੋ ਬੇਸਿਕਲੀ ਉਹਨਾਂ ਦੀ ਟਰਮ 5 ਸਾਲ ਹੀ ਹੁੰਦੀ ਹੈ, ਠੀਕ ਹੈ। ਸੋ ਨੈਕਸਟ ਆਪਾਂ ਕਰਦੇ ਹਾਂ, ਵਿਚ ਆਫ ਦਾ ਫੋਲੋਇੰਗ ਆਰਟੀਕਲ ਇਨ ਦਾ ਡਾਇਰੈਕਟਿਵ ਪ੍ਰਿੰਸੀਪਲ ਔਰ DPSP ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਕਿ ਗ੍ਰਾਮ ਪੰਚਾਇਤ ਦਾ ਪ੍ਰਬੰਧਨ ਦਾ? ਦੇਖੋ ਫੇਰ ਆ ਗਿਆ, ਠੀਕ ਹੈ। ਪੰਚਾਇਤੀ ਰਾਜ ਦੇ ਵਿੱਚੋਂ ਇਦਾਂ ਕੁਐਸਚਨ ਹੁੰਦੇ ਨੇ, ਬਟ ਇਹ DPSP ਦੇ ਵਿੱਚ ਪੁੱਛਿਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ 'ਚ 43, 44, 42 ਜਾਂ 40 ਨੰਬਰ। ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ, ਬਹੁਤ ਹੀ ਚੰਗੀ ਤਰ੍ਹਾਂ ਆਪਾਂ ਕੀਤਾ ਹੋਇਆ DPSP ਨੂੰ, ਠੀਕ ਹੈ ਜੀ। ਸੋ 40 ਨੰਬਰ ਆਰਟੀਕਲ 'ਚ ਦਰਜ ਆ, ਠੀਕ ਹੈ। DPSP ਆਪਣੇ ਕਿਹੜੇ ਪਾਰਟ 'ਚ ਆ? 4A ਪਾਰਟ ਦੇ ਵਿੱਚ, ਸੌਰੀ 4 ਪਾਰਟ ਦੇ ਵਿੱਚ ਦਰਜ ਆ। 4A ਦੇ ਵਿੱਚ ਕੀ ਆ? 4A ਦੇ ਵਿੱਚ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ। ਸੋ 4 ਪਾਰਟ ਦੇ ਵਿੱਚ DPSP ਦਰਜ ਆ ਆਪਣਾ, ਠੀਕ ਹੈ। ਸੋ 36 ਤੋਂ ਲੈ ਕੇ 51 ਨੰਬਰ ਆਰਟੀਕਲ ਦੇ ਵਿੱਚ DPSP ਦਰਜ ਆ ਆਪਣੇ, ਠੀਕ ਹੈ ਜੀ। ਆਰਟੀਕਲ ਵੀ ਯਾਦ ਕਰਨੇ ਆ। ਸੋ DPSP ਜਾਂ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਬਹੁਤ ਕੁਐਸਚਨ ਬਣਦੇ ਨੇ, ਠੀਕ ਆ। ਦਾ ਸੈਲਰੀ ਆਫ ਦਾ ਜੱਜਸ ਆਫ ਦਾ ਸੁਪਰੀਮ ਕੋਰਟ, ਸੁਪਰੀਮ ਕੋਰਟ ਦੇ ਜੱਜਾਂ ਦੀ ਸੈਲਰੀ ਕੌਣ ਨਿਰਧਾਰਿਤ ਕਰਦਾ? ਪੇ ਕਮਿਸ਼ਨ, ਲਾਅ ਕਮਿਸ਼ਨ, ਕੌਂਸਲ ਆਫ ਮਿਨਿਸਟਰ ਜਾਂ ਪਾਰਲੀਮੈਂਟ। ਸੋ ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ। ਸੋ ਪਾਰਲੀਮੈਂਟ ਆ ਜਿਹੜੀ ਸੈਲਰੀ ਹੁੰਦੀ ਆ ਸੁਪਰੀਮ ਕੋਰਟ ਦੇ ਜੱਜਾਂ ਦੀ ਡਿਟਰਮਾਈਨ ਕਰਦੇ ਆ, ਠੀਕ ਹੈ ਜੀ। ਨੈਕਸਟ ਫਿਰ ਆ ਗਿਆ, ਦੇਖ ਲਓ ਜੀ DPSP ਚੋਂ ਕੁਐਸਚਨ। ਸੋ ਤੀਜਾ ਚੌਥਾ ਕੁਐਸਚਨ ਆ DPSP ਚੋਂ ਇੱਕ ਪੇਪਰ ਦੇ ਵਿੱਚ ਹੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਜਸਟਿਫਾਈਏਬਲ ਹੁੰਦੇ ਨੇ ਇਹ, ਜਾਂ ਨॉन ਜਸਟੀਫਾਈਏਬਲ ਹੁੰਦੇ ਨੇ, ਮੈਂਡੇਟਰੀ ਹੁੰਦੇ ਨੇ, ਜਾਂ ਨਨ ਆਫ ਥੀਸ ਹੁੰਦੇ ਨੇ। ਸੋ ਬਹੁਤ ਇੰਪੋਰਟੈਂਟ ਬਣਦਾ। ਦੇਖੋ ਕਿੰਨੇ ਕੁਐਸਚਨ ਬਣਦੇ ਨੇ ਇਹਦੇ ਚੋਂ। ਦੇਖੋਗੇ ਤਾਂ ਫੰਡਾਮੈਂਟਲ ਰਾਈਟਸ, ਡਿਊਟੀਜ਼ ਹੋ ਗਈਆਂ ਤੇ ਆਪਣਾ DPSP ਹੋ ਗਿਆ, ਇਹਨਾਂ ਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਪੰਚਾਇਤੀ ਰਾਜ ਵੀ ਵਿੱਚ ਦੀ ਆ ਜਾਂਦਾ, ਪ੍ਰੈਜ਼ੀਡੈਂਟ ਹੋ ਗਿਆ, ਪ੍ਰਾਈਮ ਮਿਨਿਸਟਰ ਹੋ ਗਿਆ। ਸੋ ਇਹ ਟੌਪਿਕ ਜ਼ਿਆਦਾ ਚੰਗੀ ਤਰ੍ਹਾਂ ਕਰਨੇ ਪੈਣੇ ਆ ਤੁਹਾਨੂੰ, ਠੀਕ ਹੈ ਜੀ। ਸੋ ਇਹ ਨॉन ਜਸਟੀਫਾਈਏਬਲ ਆ, ਠੀਕ ਹੈ ਜੀ। ਇਹਦੇ ਲਈ ਕੋਈ ਵੀ ਮਤਲਬ ਇਹ ਜਸਟ ਇੱਕ ਨਿਰਦੇਸ਼ ਦਿੱਤੇ ਹੋਏ ਆ, ਠੀਕ ਹੈ ਜੀ, ਆਪਣੇ ਸਟੇਟਸ ਨੂੰ ਕਿ ਇਹ ਇਹਦਾ ਕਰਦਾ ਮੈਂ, ਬਟ ਇਦਾਂ ਨਹੀਂ ਕਿ ਜੇਕਰ ਇਹ ਚੀਜ਼ ਪੂਰੀ ਨਹੀਂ ਹੋਏਗੀ ਤਾਂ ਤੁਸੀਂ ਕੋਰਟ ਨਹੀਂ ਜਾ ਸਕਦੇਗੇ, ਠੀਕ ਆ। ਜਿੱਦਾਂ ਆਪਾਂ ਫੰਡਾਮੈਂਟਲ ਰਾਈਟਸ ਦੇ ਕੇਸ ਦੇ ਵਿੱਚ ਅਗਰ ਵਾਇਲੇਟ ਹੁੰਦਾ ਵਾ ਤਾਂ ਕੋਈ ਵੀ ਪਰਸਨ ਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦਾ ਹੁੰਦਾ ਫੰਡਾਮੈਂਟਲ ਰਾਈਟ ਦੇ ਇਸ਼ੂ ਤੋਂ, ਫਿਰ ਉਹ ਰਿਟ ਜਾਰੀ ਕਰ ਸਕਦੇ ਹੁੰਦੇ ਨੇ। ਸੋ ਬਟ ਇਹਦੇ ਵਿੱਚ DPSP ਦੇ ਵਿੱਚ ਜੋ ਦਰਜ ਆ ਉਹ ਨॉन ਜਸਟੀਫਾਈਏਬਲ ਆ, ਠੀਕ ਹੈ ਜੀ। ਨੈਕਸਟ, ਸੋ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਅਗਰ ਤੁਸੀਂ ਆਪਣੀ ਕਲਾਸ ਦੇਖੋਗੇ ਉਹ 'ਚ ਤੁਹਾਡਾ ਸਾਰਾ ਕਲੀਅਰ ਹੋ ਜਾਏਗਾ। ਆ ਤੁਹਾਨੂੰ ਮੈਂ ਪਿਛਲੀ ਕਲਾਸ ਦੇ ਵਿੱਚ ਕਰਵਾਇਆ ਕਿ ਇਹ ਸਾਗਰ ਡੈਮ ਕਿੱਦਾਂ, ਇਹ ਡੈਮ ਦੇ ਵਿੱਚੋਂ ਕੁਐਸਚਨ ਬਣਦੇ ਨੇ। ਪ੍ਰੀਵੀਅਸ ਨੇਮ ਕਿਹੜਾ ਸੀ? ਰਣਜੀਤ ਸਾਗਰ ਡੈਮ ਦਾ। ਸੇਮ ਟੂ ਸੇਮ ਕੁਐਸਚਨ ਕਰਵਾਇਆ ਹੋਇਆ। ਪੌਂਗ ਡੈਮ, ਥੀਨ ਡੈਮ, ਨੰਗਲ ਡੈਮ ਜਾਂ ਭਾਖੜਾ ਡੈਮ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ, ਬਿਲਕੁਲ ਸਹੀ ਇਹਦਾ ਬਣਦਾ ਵਾ ਜੀ ਆਨਸਰ। ਥੀਨ ਡੈਮ ਕਹਿੰਦੇ ਨੇ ਇਹਨੂੰ, ਠੀਕ ਹੈ ਜੀ, ਰਣਜੀਤ ਸਾਗਰ ਡੈਮ ਨੂੰ। ਤਾਂ ਰਣਜੀਤ ਸਾਗਰ ਡੈਮ ਕਿਹੜੀ ਨਦੀ ਦੇ ਉੱਤੇ ਆ? ਰਾਵੀ, ਠੀਕ ਹੈ ਜੀ। R ਫॉर ਰਾਵੀ, R ਫॉर ਰਵੀ। ਨੈਕਸਟ ਆ ਗਿਆ ਸਾਡਾ ਹੂ ਸਬਸਕ੍ਰਾਈਬ ਆਦਿ ਗ੍ਰੰਥ ਇਨ 1604। 1604 ਵਿੱਚ ਆਦਿ ਗ੍ਰੰਥ ਸਾਹਿਬ ਕਿਸ ਨੇ ਲਿਖਿਆ ਸੀ ਜੀ? ਭਾਈ ਗੁਰਦਾਸ ਜੀ, ਭਾਈ ਬੁੱਢਾ ਜੀ, ਭਾਈ ਮਰਦਾਨਾ ਜੀ ਜਾਂ ਭਾਈ ਕਨਈਆ ਜੀ। ਸੋ ਇਹ ਤਾਂ ਸਾਰਿਆਂ ਨੂੰ ਤੁਹਾਨੂੰ ਆਉਂਦਾ ਹੋਇਆ, ਆਪਾਂ ਕੀਤਾ ਹੋਇਆ ਬਹੁਤ ਵਾਰ। ਭਾਈ ਗੁਰਦਾਸ ਜੀ ਨੇ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਕਿਹੜੀ ਲੋਕੇਸ਼ਨ ਆ ਜਿੱਥੇ ਕਿ ਰਿਵਰਸ ਆ ਜਿਹੜੀਆਂ ਅਲਕਨੰਦਾ ਤੇ ਭਾਗੀਰਥੀ ਮਿਲਦੀਆਂ ਨੇ? ਰੁਦਰ ਪ੍ਰਯਾਗ, ਕਰਨ ਪ੍ਰਯਾਗ, ਦੇਵ ਪ੍ਰਯਾਗ ਜਾਂ ਵਿਸ਼ਨੂੰ ਪ੍ਰਯਾਗ। ਸੋ ਇਹ ਥੋੜਾ ਜਿਹਾ ਆਪਾਂ ਜੋਗ੍ਰਾਫੀ ਦਾ ਕੁਐਸਚਨ ਰਿਵਰ ਸਿਸਟਮ ਦੇ ਵਿੱਚੋਂ ਆਇਆ ਹੋਇਆ ਵਾ ਕੁਐਸਚਨ। ਸੋ ਇੱਕ ਦੋ ਕੁਐਸਚਨ ਇਦਾਂ ਦੇ ਵੀ ਆ ਜਾਂਦੇ ਨੇ, ਠੀਕ ਹੈ, PSSB ਦੇ ਵਿੱਚ। ਸੋ ਦੇਵ ਪ੍ਰਯਾਗ ਦੇ ਵਿੱਚ। ਨੈਕਸਟ ਕਰਦੇ ਹਾਂ ਜੀ ਆਪਾਂ। ਇੰਟਰਨੈਸ਼ਨਲ ਕਰਾਟੇ ਪਲੇਅਰ ਜਿਹੜੀ ਕਿ ਹਰਦੀਪ ਕੌਰ ਆ, ਉਹ ਕਿਹੜੇ ਡਿਸਟ੍ਰਿਕਟ ਦੇ ਵਿੱਚ ਆ, ਠੀਕ ਆ, ਆਪਣੇ ਪੰਜਾਬ ਦੇ? ਮਾਨਸਾ, ਪਟਿਆਲਾ, ਲੁਧਿਆਣਾ ਜਾਂ ਮੋਗਾ। ਦੱਸੋ ਜੀ। ਸੋ ਜੀ ਇਹ ਕਰੰਟ ਅਫੇਅਰ ਦਾ ਕੁਐਸਚਨ ਮਾਨਸਾ ਤੋਂ। ਨੈਕਸਟ ਕਰਦੇ ਹਾਂ ਜੀ। ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਕਿ ਫੰਡਾਮੈਂਟਲ ਰਾਈਟ ਨਹੀਂ ਗਾ ਡੈਮੋਕ੍ਰੇਸੀ ਦਾ, ਠੀਕ ਹੈ ਜੀ। ਸੋ ਅਗਰ ਤੁਸੀਂ ਚੰਗੀ ਤਰ੍ਹਾਂ ਕੀਤਾ ਹੋਇਆ ਵਾ ਫੰਡਾਮੈਂਟਲ ਰਾਈਟ ਤਾਂ ਹੀ ਹੋਏਗਾ, ਇਕੱਲੇ MCQ ਨਾਲ ਤੁਹਾਡਾ ਇਹ ਸੋਲਵ ਨਹੀਂ ਹੋਏਗਾ। ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀਡਮ, ਐਜੂਕੇਸ਼ਨਲ ਐਂਡ ਕਲਚਰਲ ਰਾਈਟ, ਤੇ ਨੈਕਸਟ ਆ ਗਿਆ ਰਾਈਟ ਟੂ ਐਕਸਪਲੋਇਟ, ਸ਼ੋਸ਼ਣ ਕਰਨ ਦਾ ਅਧਿਕਾਰ। ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹ ਤਾਂ ਤੁਹਾਡਾ ਐਲੀਮੀਨੇਟ ਹੀ ਹੋ ਗਿਆ ਜੀ। ਉਹਨਾਂ ਨੇ ਨੋਟ ਪੁੱਛਿਆ ਸੀ, ਸ਼ੋਸ਼ਣ ਕਰਨ ਦਾ ਅਧਿਕਾਰ ਥੋੜ੍ਹੀ ਦਿੱਤਾ ਹੋਇਆ ਫੰਡਾਮੈਂਟਲ ਰਾਈਟਸ ਦੇ ਵਿੱਚ ਆਪਣਾ, ਠੀਕ ਹੈ ਜੀ। ਸੋ ਫੰਡਾਮੈਂਟਲ ਰਾਈਟਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਆਪਣੇ ਪਾਰਟ 3 ਦੇ ਵਿੱਚ ਦਰਜ ਆ, ਠੀਕ ਆ। ਸੋ ਇਹ ਵਾਲੇ ਕੁਐਸਚਨ ਜਿਹੜੇ ਹੁੰਦੇ ਨੇ ਨਾ, ਸੋ ਇਹ ਤੁਸੀਂ ਚੰਗੀ ਤਰ੍ਹਾਂ ਕਰਦੇ ਆ। ਕਿੰਨੇ ਤੋਂ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਦਰਜ ਨੇ ਇਹ ਆਪਣੇ 12 ਤੋਂ 35 ਨੰਬਰ ਆਰਟੀਕਲ 'ਚ ਦਰਜ ਆ, ਪਾਰਟ 3 ਦੇ ਵਿੱਚ ਦਰਜ ਆ, ਠੀਕ ਹੈ ਜੀ। ਸੋ ਇਹ ਬਹੁਤ ਇੰਪੋਰਟੈਂਟ ਬਣਦੇ ਨੇ ਕੁਐਸਚਨ ਫੰਡਾਮੈਂਟਲ ਰਾਈਟਸ ਦੇ ਵਿੱਚੋਂ। ਨੈਕਸਟ ਕਰਦੇ ਹਾਂ ਜੀ।
ਵਿਚ ਆਫ ਦਾ ਫੋਲੋਇੰਗ ਸਟੇਟਸ ਐਂਡ ਯੂਟੀ ਹੈਜ਼ ਬਾਈਕੈਮਰਲ ਟਾਈਪਸ ਆਫ ਲੈਜਿਸਲੇਚਰ। ਇਹਨਾਂ ਚੋਂ ਕਿਹੜਾ ਰਾਜ ਆ ਜਿੱਥੇ ਕਿ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜਿੱਥੇ ਦੋ ਪੱਖੀ ਕਿਸਮ ਆ। ਸੋ ਇਹ ਨਾ ਜਿਹੜਾ ਬਾਈਕੈਮਰਲਿਜ਼ਮ ਹੋ ਗਿਆ ਜਾਂ ਆਪਣਾ ਯੂਨੀਕੈਮਰਲਿਜ਼ਮ ਹੋ ਗਿਆ, ਇਹ ਸਾਰਾ ਆਪਣਾ ਪੋਲਿਟੀ ਦੀ ਨੈਕਸਟ ਕਲਾਸ ਨਾ ਸਟੇਟ ਲੈਜਿਸਲੇਚਰ ਦੇ ਵਿੱਚ ਆਪਾਂ ਕਰਾਂਗੇ। ਹਰਿਆਣਾ, ਗੁਜਰਾਤ, ਬਿਹਾਰ ਜਾਂ ਝਾਰਖੰਡ, ਦੱਸੋ ਜੀ। ਵੈਸੇ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਐਕਸਪਲੇਨ ਕੀਤਾ ਹੋਇਆ ਜਦੋਂ ਆਪਾਂ MCQ ਕੀਤੇ ਸੀਗੇ। ਬਿਹਾਰ ਆ ਜੀ ਜਿੱਥੇ ਕਿ ਬਾਈਕੈਮਰਲਸ ਟਾਈਪ ਹੈਗਾ ਵਾ, ਠੀਕ ਆ, ਦੋ ਪੱਖੀ ਕਿਸਮ ਆ। ਹੁਣ ਤੁਸੀਂ ਦੱਸਣਾ ਕਿ ਪੰਜਾਬ ਦੇ ਵਿੱਚ ਯੂਨੀਕੈਮਰਲ ਆ ਜਾਂ ਬਾਈਕੈਮਰਲ ਆ। ਬਾਕੀ ਮੈਂ ਤੁਹਾਨੂੰ ਇਹ ਦੱਸਦਾ, ਤੁਸੀਂ ਕਮੈਂਟ ਬਾਕਸ 'ਚ ਆਨਸਰ ਦੇਣਾ। ਅਗਰ ਤੁਸੀਂ ਪਹਿਲਾਂ ਕਿਤੇ ਪੜ੍ਹਿਆ ਹੋਇਆ ਵਾ ਤਾਂ ਤੁਸੀਂ ਆਨਸਰ ਦੇਣਾ। ਪਾਰਟ 4A ਆ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹ ਡੀਲ ਕਰਦਾ ਵਾ ਕਿਹਦੇ ਨਾਲ, ਠੀਕ ਆ, ਫੰਡਾਮੈਂਟਲ ਡਿਊਟੀਜ਼ ਨਾਲ, ਫੰਡਾਮੈਂਟਲ ਰਾਈਟਸ ਨਾਲ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟਸ ਪਾਲਿਸੀ ਨਾਲ ਜਾਂ ਸਿਟੀਜ਼ਨਸ਼ਿਪ ਨਾਲ, ਠੀਕ ਹੈ ਜੀ। 4A ਪੁੱਛ ਲਿਆ ਉਹਨਾਂ ਨੇ, ਦੱਸੋ ਜੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਬਿਲਕੁਲ ਸਹੀ ਜੀ। ਫੰਡਾਮੈਂਟਲ ਡਿਊਟੀਜ਼ ਦੇ ਨਾਲ ਆ 4A ਪਾਰਟ ਦੇ ਵਿੱਚ ਦਰਜ ਆ। ਸੋ ਇਹਦਾ ਆਰਟੀਕਲ ਕਿਹੜਾ ਵਾ, ਆਰਟੀਕਲ 51A ਦਰਜ ਆ। ਸੋ ਇਹਦੀਆਂ ਤੁਸੀਂ ਮੈਨੂੰ ਦੱਸਣਾ ਕਿ ਇਸ ਟਾਈਮ ਦੇ ਉੱਤੇ ਆਪਣੇ ਸੰਵਿਧਾਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਦਰਜ ਨੇ। ਸੋ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ। ਆਪਣਾ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ। ਪ੍ਰੈਜ਼ੀਡੈਂਟ, ਪਾਵਰ ਆਫ ਦਾ ਪ੍ਰੈਜ਼ੀਡੈਂਟ ਟੂ ਇਸ਼ੂ ਆਰਡੀਨੈਂਸ, ਜਿਹੜਾ ਮਤਲਬ ਜਾਰੀ ਕਰਨ ਦੀ ਸ਼ਕਤੀ ਕਿੱਥੋਂ ਦਾ ਪ੍ਰਤੀਕ ਆ, ਕਿਹੜੇ ਐਕਟ ਤੋਂ ਪ੍ਰਤੀਕ ਆ। ਗੌਰਮੈਂਟ ਆਫ ਇੰਡੀਆ ਐਕਟ 1909, 1919, 1935 ਜਾਂ ਇੰਡੀਅਨ ਇੰਡੀਪੈਂਡੈਂਸ ਐਕਟ 1947। ਸੋ ਇਹ ਵੀ ਸੌਖਾ ਕੁਐਸਚਨ ਬਣਦਾ, ਕੋਈ ਬੜਾ ਔਖਾ ਕੁਐਸਚਨ ਨਹੀਂ ਬਣਦਾ। ਸੋ ਗੌਰਮੈਂਟ ਆਫ ਇੰਡੀਆ ਐਕਟ 1935। ਸਟੇਟ ਵਰਡ ਆਫ ਪੰਜਾਬ, ਸੋ ਇਹ ਮਿਟਿਆ ਹੋਇਆ ਸਟੇਟ ਵਰਡ ਆਫ ਪੰਜਾਬ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਲੈਕ ਬਕ ਆ, ਠੀਕ ਹੈ ਜੀ। ਸੋ ਇਹ ਸੀਗੇ ਜੀ ਆਪਣੇ ਅੱਜ ਦੇ ਕੁਐਸਚਨ, ਜਿਹੜੇ ਕਿ ਆਪਾਂ 40 ਕੁਐਸਚਨ ਕੀਤੇ ਆ। ਸੋ ਇਹਦੇ ਵਿੱਚ ਜ਼ਿਆਦਾ ਐਕਸਪਲੇਨੇਸ਼ਨ ਕਰਨ ਵਾਲੀ ਚੀਜ਼ ਹੈ ਨਹੀਂ ਸੀ, ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਕੁਐਸਚਨ ਹੋਏ ਸੀਗੇ ਜਿਹੜੇ ਕਿ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਏ ਵੀ ਹੋਏ ਨੇ ਆਲਰੇਡੀ। ਪੋਲਿਟੀ, ਮਾਡਰਨ ਹਿਸਟਰੀ, ਪੰਜਾਬ GK ਦੇ ਵਿੱਚ ਜਾਂ ਸਟੈਟਿਕ GK ਵੀ ਆਪਾਂ ਥੋੜ੍ਹੀ ਸ਼ੁਰੂ ਕੀਤੀ ਆ, ਠੀਕ ਆ, 4-5 ਕਲਾਸਾਂ ਹੋ ਚੁੱਕੀਆਂ ਨੇ। ਸੋ ਇਹ ਆਪਾਂ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਮੈਂ ਤਾਂ ਨਹੀਂ ਐਕਸਪਲੇਨ ਕੀਤਾ, ਕਿਉਂਕਿ ਇਹਦੇ ਵਿੱਚੋਂ ਕਾਫੀ ਕੁਐਸਚਨ ਮੇਰੇ ਬਹੁਤ ਚੰਗੀ ਤਰ੍ਹਾਂ ਵਿਦ ਐਕਸਪਲੇਨੇਸ਼ਨ ਕਰਵਾਏ ਹੋਏ ਨੇ, ਠੀਕ ਹੈ ਜੀ। ਸੋ ਆਪਾਂ ਮਿਲਦੇ ਹਾਂ ਹੁਣ ਆਪਣੀ ਅਗਲੀ ਕਲਾਸ ਦੇ ਵਿੱਚ। ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਠੀਕ ਹੈ ਜੀ। ਸੋ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ। ਧੰਨਵਾਦ ਜੀ।